गल ਸਿੰਘਾਂ ਦੀ करिए ਤਾਂ मजा आउंदा खुशबू आउंदी ਏ ਜਿਵੇਂ गुलजार विचों वारी सेवा दी जदों भी किते हुंदी मूरे रहिंदे ने सारे संसार विचों कई पुछदे ने किथे सी जन्म होया दसवें गुरां दी तेज तलवार विचों गुरु नानक दे दर ते झुक जांदे खोज लेंदे ने भावें पढ़ते ने पर नित पौड़ियां चढ़ते ने भावें लड़ते ने भावें पढ़ते ने पर नित पौड़ियां चढ़ते ने खड़ते ने हिक ताण के देंदे जिंदवार बही रहंदे ने चढ़दी कला विच सिंह सरदार बही रहंदे ने चढ़दी कला विच सिंह सरदार बही रहंदे ने चढ़दी कला विच चाहुंदे कौम तरक्की कर जे जैलस करनी छड्ड दिओ चुगलखोरी ते गद्दारी नूं करदे विचों कढ दिओ नशियां वाला जूड़ जवानों मुढ़ कदीमों वढ दिओ दुश्मन जे वार करे तां चुकदे तलवार बही रहंदे ने चढ़दी कला विच सिंह सरदार बही रहंदे ने चढ़दी कला विच सिंह सरदार बही रहंदे ने चढ़दी कला विच वीर कई अखबारां वाले झूठियां खबरां लाउंदे ने थोड़ी पढ़ जनता नूं नित गुराहे पाउंदे ने तिलक लगा के चोर भी अजकल साधु पे कहाउंदे ने माड़े ने सब तो हुंदे कौमी गद्दार बही रहंदे ने चढ़दी कला विच सिंह सरदार बही रहंदे ने चढ़दी कला विच सिंह सरदार बही रहंदे ने चढ़दी कला विच सच्चे गुरदे सिख ने जेड़े जान तली ते तर जांदे धर्म दी खातर लोड़ पवे तां चरखड़ियां ते चढ़ जांदे अणख प्यारी सब तो पहला ओदे बदले मर जांदे मंगदे ने सब दियां खैरां वड्डे किरदार बही रहंदे ने चढ़दी कला विच सिंह सरदार बही रहंदे ने चढ़दी कला विच सिंह सरदार बही रहंदे ने चढ़दी कला विच सुनिया लोग तरक्की कर गए दुनिया चंद ते चढ़ गई है पर साडी सरकार दी गड्डी रिश्वत दे विच खड़ गई है अकल साडियां नेतावां दी कपड़ियां दे विच वड़ गई है इसे लिए टैलेंट सारा निकल गया बाहर बही रहंदे ने चढ़दी कला विच सिंह सरदार बही रहंदे ने चढ़दी कला विच सिंह सरदार बही रहंदे ने चढ़दी कला विच संधुआ दस की गल सुनाइए हुण तां पेचे पै गए ने उंगली फड़ जो तुरन सिखाए बापू बन के बह गए ने जिसदा कम उसे नूं सजदा सच सियाणे कह गए ने कुंडियां दे
ਕਿਸੇ ਦੇ ਰਿਲੀਜਨ ਕਰਕੇ ਜਾਂ ਕੋਈ ਹੋਰ ਵਜ੍ਹਾ ਕਰਕੇ ਜਿੱਦਾਂ ਪੱਗ ਦਾ ਮਸਲਾ ਹੈ ਉਹ ਚੈੱਕ ਕਰਨਾ ਚਾਹੁੰਦੇ ਨੇ ਤੁਹਾਡੀ ਪੱਗ ਸਿਕਿਉਰਿਟੀ ਰੀਜ਼ਨਸ ਕਰਕੇ, ਤੁਸੀਂ ਕਹਿੰਦੇ ਮੇਰੀ ਪੱਗ ਨੂੰ ਹੱਥ ਨਾ ਲਾਓ, ਅਸੀਂ ਪੱਗ ਲਾ ਨਹੀਂ ਸਕਦੇ, ਉਹਦੇ ਬੇਸ ਤੇ ਉਹਨਾਂ ਨੇ ਰੈਗੂਲੇਸ਼ਨ ਪਾਸ ਕੀਤਾ ਸੀਗਾ ਜਿਹਦੀ ਕਾਪੀਆਂ ਤੁਹਾਡੇ ਸਾਰਿਆਂ ਕੋਲ ਪਹੁੰਚ ਚੁੱਕੀਆਂ ਨੇ। ਜਦੋਂ ਵੀ ਤੁਸੀਂ ਟਰੈਵਲ ਕਰੋ ਇਹਨੂੰ ਆਪਣੇ ਕੋਲ ਰੱਖੋ ਅਤੇ ਇਹਨੂੰ ਪੜ੍ਹੋ ਤੇ ਤੁਸੀਂ ਜਾਣਨਾ ਚਾਹੀਦਾ ਤੁਹਾਨੂੰ ਆਪ। ਮੈਂ ਉਹਦੀ ਰੀਡਿੰਗ ਕਰਾਂਗਾ ਇੱਕ ਵਾਰੀ। ਯੂਰੋਪੀਅਨ ਕਮਿਸ਼ਨ implementing regulation EU number 10/2013 of 4th February 2013 6 ਮਹੀਨੇ ਪਹਿਲੇ ਲਾਗੂ ਹੋਇਆ ਸੀਗਾ। amending regulation EU number 185/2010 as regards as the screening of passengers and persons other than passengers by explosive trace detection equipment in combination with handheld metal detection HHMD equipment text with EEA relevance। ਉਹਨਾਂ ਨੇ ਫਰਵਰੀ 4 ਨੂੰ ਉਹਨਾਂ ਰੈਗੂਲੇਸ਼ਨ ਪਾਸ ਕੀਤਾ ਸੀਗਾ ਤੇ ਫਰਵਰੀ 7 ਨੂੰ ਪੋਸਟ ਹੋਇਆ ਸੀਗਾ ਤੇ 25 ਫਰਵਰੀ ਨੂੰ ਉਹਨਾਂ ਨੇ ਅਮੈਂਡ ਕਰ ਦਿੱਤਾ ਸੀਗਾ। ਸੋ ਇਟ ਇਜ਼ ਫੁੱਲੀ ਇਨ ਇਫੈਕਟ। ਜੇ ਤੁਸੀਂ ਯੂਰਪ ਵਿੱਚ ਏਅਰਪੋਰਟ 'ਤੇ ਕਿਤੇ ਟਰੈਵਲ ਕਰ ਰਹੇ ਹੋ ਕਿਸੇ ਵੀ ਕੰਟਰੀ, ਯੂਰਪੀਅਨ ਯੂਨੀਅਨ ਦੇ ਕਿਸੇ ਵੀ ਕੰਟਰੀ ਵਿੱਚ ਜੇ ਤੁਹਾਨੂੰ ਕਹਿੰਦੇ ਨੇ ਪੱਗ ਲਾਓ, ਤੁਸੀਂ ਉਹਨਾਂ ਕੋਲ ਲਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਉਹਨਾਂ ਕੋਲ ਵਾਂਡ ਹੁੰਦਾ, ਤੁਸੀਂ ਉਹਦੇ ਨਾਲ ਤੁਸੀਂ ਸਕੈਨਿੰਗ ਕਰ ਸਕਦੇ ਹੋ। ਤੁਸੀਂ ਉਹਨਾਂ ਕੋਲ ਇੱਕ ਹੋਰ ਡਿਵਾਈਸ ਹੈ ਉਹਦੇ ਨਾਲ ਵੀ ਕਰ ਸਕਦੇ ਹੋ। ਦੂਸਰਾ ਉਹ ਤੁਹਾਡੇ ਹੱਥ 'ਤੇ ਪਾਊਡਰ ਵੀ ਲਾ ਸਕਦੇ ਆ ਅਤੇ ਉਹ ਪਾਊਡਰ ਨਾਲ ਤੁਸੀਂ ਆਪਣੀ ਪੱਗ ਨੂੰ ਆਪੇ ਟੱਚ ਕਰੋਗੇ, ਜੇ ਤਾਂ ਕਲਰ ਚੇਂਜ ਹੋ ਜਾਂਦਾ ਦੈਨ ਦਾ ਸਿਕਿਉਰਿਟੀ ਗੋਜ਼ ਟੂ ਦ ਨੈਕਸਟ ਲੈਵਲ। ਪਰ ਤੁਹਾਨੂੰ ਪੱਗ ਲਾਉਣ ਦੀ ਲੋੜ ਕਿਤੇ ਵੀ ਨਹੀਂ ਹੈ। ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ। ਥੈਂਕ ਯੂ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਇਆ ਹੈ ਸੋ ਉਹ ਵੀਰ ਗੁਰਦਿਆਲ ਸਿੰਘ ਜੀ ਆਪਣੀ ਅਕੈਡਮੀ ਵੱਲੋਂ ਤੇ ਆਪਣੀ ਟੀਮ ਵੱਲੋਂ ਵੀਰ ਜੀ ਮਨਜੀਤ ਸਿੰਘ ਅਤੇ ਵੀਰ ਜੀ ਸਿਰਸਾ ਉਹਨਾਂ ਨੂੰ ਪੇਂਟ ਕਰ ਰਹੇ ਆ ਜੀ। ਥੈਂਕ ਯੂ। ਮੈਂ ਬੁਲਾਉਣਾ ਚਾਹਾਂਗਾ ਵੀਰ ਜਤਿੰਦਰ ਸਿੰਘ ਜੀ ਅਤੇ ਵੀਰ ਸ਼ਿੰਗਾਰਾ ਸਿੰਘ ਜੀ ਨੂੰ। ਵੀਰ ਜਤਿੰਦਰ ਸਿੰਘ ਅਤੇ ਵੀਰ ਸ਼ਿੰਗਾਰਾ ਸਿੰਘ ਜੀ ਪਲੀਜ਼ ਸਟੇਜ 'ਤੇ ਆ ਕੇ ਵੀਰ ਜੀ ਮਨਿੰਦਰ ਸਿੰਘ ਜੀ ਸਿਰਸਾ ਉਹਨਾਂ ਦਾ ਮਾਣ ਸਨਮਾਨ ਕਰੋ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਧ ਸੰਗਤ, ਸੋ ਹੁਣ ਮੈਂ ਬੁਲਾਉਣਾ ਚਾਹਾਂਗਾ ਸੁਰਿੰਦਰ ਸਿੰਘ ਪੰਡੋਰੀ ਹੁਣਾਂ ਨੂੰ, ਜਿਹੜੇ ਕਿ ਇਟਲੀ ਤੋਂ ਆਏ ਨੇ। ਤਕਰੀਬਨ 2 ਮਿੰਟ ਲਈ ਉਹ ਆਪਣੇ ਵਿਚਾਰ ਸੰਗਤ ਦੇ ਸਾਹਮਣੇ ਰੱਖਣਗੇ। ਵੀਰ ਜੀ ਸੁਰਿੰਦਰ ਸਿੰਘ ਪੰਡੋਰੀ। ਮਾਨਯੋਗ ਸਤਿਕਾਰਯੋਗ ਵੀਰ ਜੀ ਮਨਜੀਤ ਸਿੰਘ ਜੀ ਕੇ ਸਾਹਿਬ, ਸ਼੍ਰੋਮਣੀ ਕਮੇਟੀ ਦਿੱਲੀ ਤੋਂ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਮਨਜਿੰਦਰ ਸਿੰਘ ਜੀ ਸਿਰਸਾ, ਜਨਰਲ ਸਕੱਤਰ ਸਰਦਾਰ ਪਰਮਨੀਤ ਸਿੰਘ ਜੀ, ਅਤੇ ਬੈਠੀਆਂ ਸਾਰੀਆਂ ਸੰਗਤਾਂ ਨੂੰ ਦਾਸ ਨੂੰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਹੀ ਵਧੀਆ, ਬੜਾ ਚੰਗਾ ਲੱਗਾ ਹੈ। ਬੜੇ ਚੰਗੇ ਢੰਗ ਨਾਲ ਜੋ ਇਹ ਕੰਮ ਸਿੱਖਾਂ ਦੇ ਜਿਹੜੇ ਮਸਲੇ ਨੇ ਜਿਹੜੇ ਸਾਹਮਣੇ ਫਰੰਟ 'ਤੇ ਲਿਆਂਦੇ ਜਾ ਰਹੇ ਨੇ। ਹਰ ਇੱਕ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਵੀ ਮਸਲੇ ਹਨ, ਕਿਸ ਤਰ੍ਹਾਂ ਦੀਆਂ ਵੀ ਪ੍ਰੋਬਲਮਾਂ ਹਨ, ਜੋ ਇਹਨਾਂ ਆਪਾਂ ਲੋਕਾਂ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਤੱਕ ਕਿਸ ਤਰ੍ਹਾਂ ਆਪਾਂ ਅਪਰੋਚ ਕਰਨੀ ਹੈ, ਇਹ ਇੱਕ ਢੰਗ ਤਰੀਕਾ ਲੱਭਣ ਦਾ ਬੜਾ ਵਧੀਆ ਉਪਰਾਲਾ ਜੋ ਯੂਨਾਈਟਿਡ ਸਿੱਖ ਵੱਲੋਂ ਕੀਤਾ ਜਾ ਰਿਹਾ ਹੈ। ਦਾਸ ਇਹਨਾਂ ਦਾ ਵੀ ਧੰਨਵਾਦ ਕਰਦਾ ਹੈ। ਸੋ ਜਿਸ ਤਰ੍ਹਾਂ ਕਿ ਕਾਫੀ ਪ੍ਰੋਬਲਮਾਂ ਇਟਲੀ ਦੇ ਵਿੱਚ ਵੀ ਹਨ, ਪਰ ਉੱਥੋਂ ਦਾ ਪ੍ਰਸ਼ਾਸਨ, ਉੱਥੋਂ ਦੀ ਜਿਹੜੇ ਪੁਲਿਸ ਅਫਸਰ ਹਨ, ਸਾਡੇ ਨਾਲ ਲਗਾਤਾਰ ਕੰਪਰੋਮਾਈਜ਼ ਦੇ ਵਿੱਚ ਹਮੇਸ਼ਾ ਸਾਡਾ ਸਾਥ ਦਿੰਦੇ ਹਨ। ਇਟਲੀ ਦੇ ਵਿੱਚ ਸਭ ਤੋਂ ਪਹਿਲਾ ਨਗਰ ਕੀਰਤਨ ਜਿਹੜਾ ਬ੍ਰੇਸ਼ੀਆ ਸ਼ਹਿਰ ਦੇ ਵਿੱਚ ਕੱਢਿਆ ਗਿਆ, ਜਿਸ ਵਿੱਚ ਅੱਜ ਤੋਂ ਕੋਈ 15 ਸਾਲ ਤਕਰੀਬਨ 14ਵਾਂ ਦਾ ਨਗਰ ਕੀਰਤਨ ਕੱਢਿਆ ਗਿਆ ਹੈ। ਉੱਥੋਂ ਦਾ ਪ੍ਰਸ਼ਾਸਨ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜ੍ਹਦਾ ਹੈ, ਪਰ ਜਿਹੜੀਆਂ ਕਾਨੂੰਨ ਦੇ ਮੁਤਾਬਕ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਉਹ ਇਗਨੋਰ ਰੱਖਦੇ ਹਨ। ਜਿਸ ਤਰ੍ਹਾਂ ਕਿ ਪਿੱਛੇ ਜੇ ਸਰਦਾਰ ਮਨਜੀਤ ਸਿੰਘ ਕੇ ਨੂੰ ਏਅਰਪੋਰਟ 'ਤੇ ਪ੍ਰੋਬਲਮ ਆਈ, ਇਹ ਕਾਫੀ ਸਮੇਂ ਤੋਂ ਬਾਅਦ ਸਾਡੇ ਕੋਲ ਫਿਰ ਫਰੰਟ 'ਤੇ ਆ ਗਈ। ਅਸੀਂ ਤਾਂ ਇਹਨਾਂ ਨੂੰ ਭੁੱਲ ਬੈਠੇ ਸੀ। ਅਸੀਂ ਸਮਝਦੇ ਵੀ ਏਅਰਪੋਰਟਾਂ 'ਤੇ ਸਾਡੀਆਂ ਦਸਤਾਰਾਂ ਜਿਹੜੀਆਂ ਲੱਥਣੀਆਂ ਬੰਦ ਹੋ ਗਈਆਂ ਹਨ, ਪਰ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਕਿ ਆਪਾਂ ਕੱਲ੍ਹ ਸਾਰਾ ਦਿਨ ਦਸਤਾਰ ਦਾ ਮਸਲਾ ਹੀ ਟੱਚ ਕੀਤਾ,
ਉੱਥੇ ਇਟਲੀ ਦੇ ਵਿੱਚ ਪਿਛਲੇ 2 ਕੁ ਮਹੀਨਿਆਂ ਤੋਂ ਸ਼੍ਰੀ ਸਾਹਿਬ ਦੇ ਮਸਲੇ ਵੀ ਸਾਹਮਣੇ ਆਏ ਹਨ। ਉੱਥੋਂ ਦੇ ਮੁੱਖ ਸੇਵਾਦਾਰ ਸਾਹਿਬਾਨ ਜਿਹੜੇ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਦੀਆਂ ਸ਼੍ਰੀ ਸਾਹਿਬਾਂ ਲਵਾਈਆਂ ਗਈਆਂ। ਬਰੇਸ਼ੀਆ ਦੇ ਵਿੱਚ ਪਿਛਲੇ ਹੀ ਮਹੀਨੇ ਇੱਕ ਕੇਸ ਸਾਡੇ ਕੋਲ ਆਇਆ, ਇੱਕ ਵੀਰ ਜੀ ਸਕੂਟਰ 'ਤੇ ਜਾ ਰਹੇ ਸਨ, ਪਿੱਛੇ ਪੁਲਿਸ ਦੀ ਗੱਡੀ ਆਈ, ਜਿਸ ਨੇ ਵੇਖਿਆ ਕਿ ਸ਼੍ਰੀ ਸਾਹਿਬ ਉਸ ਦੇ ਪਾਈ ਹੋਈ ਲਟਕ ਰਹੀ ਸੀ, ਉਹਨੂੰ ਰੋਕ ਕੇ ਉਸ 'ਤੇ ਕੇਸ ਕੀਤਾ। ਉਹ ਕੇਸ ਜਿਹੜਾ ਬਰੇਸ਼ੀਆ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਫਲੈਰੋ ਵੱਲੋਂ ਅਸੀਂ ਕੋਰਟ ਦੇ ਵਿੱਚ ਲੜ ਰਹੇ ਹਾਂ ਅੱਜ ਵੀ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਜਿਹੜੀਆਂ ਇਟਲੀ ਦੇ ਵਿੱਚ ਆ ਰਹੀਆਂ ਹਨ। ਸੋ ਅਸੀਂ ਉੱਥੋਂ ਦੀ ਸਰਕਾਰ ਦੇ ਨਾਲ ਬਹੁਤ ਵੱਡੇ ਪੱਧਰ 'ਤੇ ਲਿੰਕ ਬਣਾ ਰਹੇ ਹਾਂ ਅਤੇ ਉੱਥੋਂ ਦੀ ਪ੍ਰਸ਼ਾਸਨ ਦੇ ਨਾਲ ਸਾਡੀ 2 ਵਾਰੀ ਸਾਡਾ ਕੇਸ, ਮੇਰੇ ਤੋਂ ਸਤਨਾਮ ਸਿੰਘ ਮੋਹਦਰਾ ਭਾਈ ਸਾਹਿਬ ਬੈਠੇ ਨੇ, ਵਧੀਆ ਢੰਗ ਨਾਲ ਜਾਣਦੇ ਹਨ। 2 ਵਾਰੀ ਅਸੀਂ ਕੇਸ ਉੱਥੋਂ ਹਾਰ ਚੁੱਕੇ ਹਾਂ। ਤੀਜੀ ਵਾਰੀ ਹੁਣ ਰਾਸ਼ਟਰਪਤੀ ਦੀ ਇਜਾਜ਼ਤ ਨਾਲ ਸਾਡਾ ਕੇਸ ਦੁਬਾਰਾ ਫਿਰ ਅੱਗੇ ਚੱਲਿਆ ਹੋਇਆ ਹੈ। ਸੋ ਸਤਿਗੁਰ ਨੇ ਕਿਰਪਾ ਕੀਤੀ ਅਤੇ ਅਸੀਂ ਆਪਣਾ ਉੱਥੋਂ ਦਾ ਧਰਮ ਰਜਿਸਟਰਡ ਕਰਾਉਣ ਵਿੱਚ ਕਾਮਯਾਬ ਹੋਵਾਂਗੇ। ਸੋ ਦਾਸ ਸਰਦਾਰ ਮਨਜੀਤ ਸਿੰਘ ਜੀਕੇ ਸਾਹਿਬ ਬੈਠੇ ਨੇ, ਆਪਾਂ ਇਹਨਾਂ ਨੂੰ ਵੀ ਇੱਕ ਬੇਨਤੀ ਜ਼ਰੂਰ ਕਰਦੇ ਹਾਂ। ਇਹ ਸਾਡੀਆਂ ਯੂਰਪ ਦੀਆਂ ਪ੍ਰੋਬਲਮਾਂ ਸੁਣ ਰਹੇ ਨੇ, ਲੇਕਿਨ ਸਾਨੂੰ ਵੀ ਇੱਕ ਪ੍ਰੋਬਲਮ ਇੰਡੀਆ ਦੀ ਧਰਤੀ ਤੋਂ ਬੜੇ ਲੰਮੇ ਸਮੇਂ ਤੋਂ 60 ਸਾਲ ਦੀ ਆਜ਼ਾਦੀ ਸਾਡੀ ਦੇਸ਼ ਨੂੰ ਯਾਦ ਹੋਇਆ ਹੋ ਗਏ ਨੇ, ਪਰ ਸਿੱਖ ਧਰਮ ਦੇ ਵਿੱਚ ਜਿਹੜਾ ਮੈਰਿਜ ਐਕਟ ਆ, ਅੱਜ ਤੱਕ ਵੀ ਮੈਰਿਜ ਐਕਟ ਦੇ ਵਿੱਚ ਸਾਡੀ ਸੋਧ ਨਹੀਂ ਹੋ ਪਾਈ। ਭਾਵੇਂ ਕਿ ਪਿੱਛੇ ਜੇ ਸੁਣਨ ਨੂੰ ਮਿਲਿਆ ਕਿ ਉੱਥੋਂ ਕੋਰਟਾਂ ਦੇ ਉੱਥੇ ਜਿਹੜੇ ਵਿਧਾਨ ਸਭਾ ਜਾਂ ਲੋਕ ਸਭਾ ਉਹਨਾਂ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕੇ ਹਨ, ਪਰ ਅਜੇ ਤੱਕ ਉਹ ਲਾਗੂ ਨਹੀਂ ਹੋਏ। ਅੱਜ ਵੀ ਅਸੀਂ ਜਦੋਂ ਮੈਰਿਜ ਰਜਿਸਟਰਡ ਕਰਾਉਂਦੇ ਹਾਂ, ਸਾਨੂੰ ਹਿੰਦੂ ਐਕਟ ਦੇ ਤਹਿਤ ਹੀ ਸਾਡੀ ਮੈਰਿਜ ਐਕਟ ਜਿਹੜੀ ਉਹਦੇ 155 ਦੇ ਤਹਿਤ ਸਾਨੂੰ ਉਹ ਰਜਿਸਟਰਡ ਕੀਤਾ ਜਾਂਦਾ। ਸਾਨੂੰ ਸਰਟੀਫਿਕੇਟ ਜਿਹੜਾ ਮੈਰਿਜ ਐਕਟ ਦਾ ਸਾਨੂੰ ਇਸ਼ੂ ਕੀਤਾ ਜਾਂਦਾ ਹੈ, ਉਹ ਇੰਡੀਆ ਦੀ ਸਰਕਾਰ ਜਿਹੜੀ ਆ ਉਹ ਸਾਨੂੰ ਹਿੰਦੂ ਐਕਟ ਦੇ ਅਨੁਸਾਰ ਹੀ ਸਾਨੂੰ ਰਜਿਸਟਰਡ ਕਰਦੀ ਹੈ। ਸੋ ਅਸੀਂ ਸਰਦਾਰ ਮਨਜੀਤ ਸਿੰਘ ਜੀ ਇਹਨਾਂ ਅੱਗੇ ਬੇਨਤੀ ਕਰਾਂਗੇ ਕਿ ਇੰਡੀਆ ਦੇ ਵਿੱਚ ਸਾਡਾ ਇਹ ਮੇਨ ਜਿਹੜੀ ਪ੍ਰੋਬਲਮ ਸਾਡੇ ਲਈ ਸਾਹਮਣੇ ਖੜ ਰਹੀ ਹੈ, ਇਹਦੇ 'ਤੇ ਜ਼ਰੂਰ ਇਹਨੂੰ ਲਾਗੂ ਕਰਵਾਉਣ, ਕਿਉਂਕਿ ਲੋਕ ਸਭਾ ਦੇ ਵਿੱਚ ਇਹ ਬਿੱਲ ਸੁਣਨ 'ਚ ਮਿਲਿਆ ਸੀ ਕਿ ਪਾਸ ਜਿਹੜੇ ਹੋ ਚੁੱਕੇ ਨੇ। ਸੋ ਕੱਲ੍ਹ ਵੀ ਸੁਣ ਰਿਹਾ ਸੀ ਕਿ ਜੋ ਇਟਲੀ ਅਤੇ ਫਰਾਂਸ ਅਤੇ ਜਰਮਨ ਇਹਨਾਂ ਕੰਟਰੀਆਂ ਨੂੰ ਆਜ਼ਾਦ ਕਰਾਉਣ ਦੀ ਖਾਤਰ 75,000 ਸਿੰਘਾਂ ਨੇ ਇੱਥੇ ਆ ਕੇ ਜੋ ਸ਼ਹੀਦੀਆਂ ਅਤੇ ਕੁਰਬਾਨੀਆਂ ਦਿੱਤੀਆਂ, ਉਸ ਸਮੇਂ ਵੀ ਇੱਕ ਦ੍ਰਿੜ ਇਰਾਦਾ ਸੀ। ਗੱਲ ਦ੍ਰਿੜ ਇਰਾਦੇ ਦੀ ਕਰਨ ਲੱਗਾ, ਉਸ ਵੇਲੇ ਜਦੋਂ ਸਿੰਘਾਂ ਨੂੰ ਇੰਗਲੈਂਡ ਦੀ ਹਕੂਮਤ ਦੇ ਅੰਡਰ ਇੱਥੇ ਲੜਾਈ ਕਰਨੀ ਪਈ, ਉਹਨਾਂ ਨੂੰ ਦਸਤਾਰਾਂ ਲਾ ਕੇ ਹੈਲਮਟ ਪਾਉਣ ਦੀ ਵਾਸਤੇ ਕਿਹਾ ਗਿਆ, ਕਿਉਂਕਿ ਉਹਨਾਂ ਦੀ ਆਰਮੀ ਦਾ ਕਾਨੂੰਨ ਸੀ ਕਿ ਹੈਲਮਟ ਪਾ ਕੇ ਹੀ ਤੁਸੀਂ ਫੌਜ ਵਿੱਚ ਭਰਤੀ ਹੋ ਕੇ ਲੜਾਈ ਕਰ ਸਕਦੇ ਹੋ। ਪਰ ਸਿੰਘਾਂ ਨੇ ਉਸ ਵੇਲੇ ਵੀ ਇਹ ਗੱਲ ਲਿਖ ਕੇ ਦਿੱਤੀ ਸੀ ਕਿ ਅਸੀਂ ਜੇ ਸਾਡੇ ਦਸਤਾਰ ਦੇ ਜ਼ਰੀਏ ਸਾਡੇ ਸਿਰ ਦੇ ਵਿੱਚ ਗੋਲੀ ਲੱਗ ਕੇ ਸਾਡੀ ਮੌਤ ਹੁੰਦੀ ਹੈ ਜਾਂ ਅਸੀਂ ਸ਼ਹੀਦ ਹੁੰਦੇ ਹਾਂ, ਤਾਂ ਅਸੀਂ ਤੁਹਾਡੇ ਤੋਂ ਕਿਸੇ ਕਿਸਮ ਦਾ ਕੋਈ ਕਲੇਮ ਨਹੀਂ ਲਵਾਂਗੇ। ਇਹ ਗੱਲਾਂ ਉਸ ਵੇਲੇ ਵੀ ਜਦੋਂ 75,000 ਸਿੰਘ ਦੇ ਸਾਹਮਣੇ ਇੰਗਲੈਂਡ ਗੌਰਮੈਂਟ ਨੇ ਕਾਨੂੰਨ ਪਾਸ ਕਰਕੇ ਇਹ ਗੱਲ ਕਹੀ ਸੀ ਕਿ ਅਸੀਂ ਜੇਕਰ ਤੁਹਾਡੀ ਦਸਤਾਰ ਦੇ ਵਿੱਚ ਗੋਲੀ ਲੱਗ ਕੇ ਤੁਹਾਡੀ ਮੌਤ ਹੁੰਦੀ ਤਾਂ ਅਸੀਂ ਤੁਹਾਨੂੰ ਕਲੇਮ ਦੇਵਾਂਗੇ। ਇਹ ਉਦੋਂ ਲਿਖਤੀ ਗੌਰਮੈਂਟ ਨੇ ਉਸ ਵੇਲੇ ਦਿੱਤਾ ਸੀਗਾ। ਉਸੇ ਹੀ ਦ੍ਰਿੜ ਇਰਾਦੇ ਦੇ ਤਹਿਤ ਸਰਦਾਰ ਮਨਜੀਤ ਸਿੰਘ ਜੀਕੇ ਨੇ ਜੋ ਰੋਮ ਦੇ ਵਿੱਚ ਸਾਡੇ ਹੌਸਲੇ ਬੁਲੰਦ ਕੀਤੇ ਹਨ, ਦਾਸ ਇਹਨਾਂ ਦਾ ਵੀ ਦਾਸ ਦਿੰਦਾ ਹੈ, ਕਿਉਂਕਿ ਇਹਨਾਂ ਨੇ ਉੱਥੇ ਜਹਾਜ਼ ਜਾਣ ਦਿੱਤੀ, ਫਲੈਟ ਮਿਸ ਹੋ ਗਈ, ਲੇਕਿਨ ਇਹਨਾਂ ਨੇ ਇਹ ਗੱਲ ਕਹੀ ਕਿ ਦਸਤਾਰ ਲਾ ਕੇ ਨਹੀਂ ਜਾਵਾਂਗੇ ਤਾਂ ਦਸਤਾਰ ਪਾ ਕੇ ਜਾਵਾਂਗੇ। ਸੋ ਸਾਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਦਾਸ ਨੂੰ ਯਾਦ ਹੈ, ਇੱਕ ਮਿੰਟ ਭਾਈ ਸਾਹਿਬ, ਦਾਸ ਨੂੰ ਯਾਦ ਹੈ ਕਿ ਅਸੀਂ ਜਿਸ ਸਮੇਂ ਏਅਰਪੋਰਟ 'ਤੇ ਮਾਲ ਪੈਸੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਗਏ, ਉੱਥੋਂ ਇੱਕ ਸਿੰਘ ਦਸਤਾਰਧਾਰੀ ਜਿਹੜਾ ਇੰਡੀਆ ਜਾ ਰਿਹਾ ਸੀ, ਉਸ 'ਤੇ ਉਹ ਸਾਨੂੰ ਦੱਸਣ ਲੱਗੇ ਕਿ ਅਸੀਂ ਕਿਸ ਤਰ੍ਹਾਂ ਦਸਤਾਰ ਦੀ ਤਲਾਸ਼ੀ ਲੈਂਦੇ ਹਾਂ। ਉਹ ਹੱਥ ਲਾ ਕੇ ਦਸਤਾਰ ਨੂੰ ਚੈੱਕ ਕਰਨ ਲੱਗਾ ਜਾਂ ਐਕਸਰੇ ਰਾਹੀਂ ਦਸਤਾਰ ਨੂੰ ਚੈੱਕ ਕਰਨ ਲੱਗਾ। ਅਸੀਂ ਉਹ ਸਿੰਘ ਨੂੰ ਕਹਿ ਰਹੇ ਹਾਂ ਕਿ ਤੂੰ ਦਸਤਾਰ ਨਹੀਂ ਲਾਉਣੀ। ਉਹ ਟਾਲੀਆ ਦੀ ਭਾਸ਼ਾ 'ਚ ਪਤਾ ਨਹੀਂ ਜਾਂ ਸਮਝਿਆ ਨਹੀਂ, ਸਾਡੀ ਬੋਲੀ ਪੰਜਾਬੀ ਦੀ ਵੀ ਨਹੀਂ ਸਮਝਿਆ। ਉਹਨੇ ਸਭ ਤੋਂ ਪਹਿਲਾਂ ਦਸਤਾਰ ਲਾ ਕੇ ਟਰੇ ਦੇ ਵਿੱਚ ਰੱਖ ਦਿੱਤੀ। ਇਹ ਸਾਡੇ ਸਾਹਮਣੇ ਦੀ ਗੱਲ ਆ। ਸਾਨੂੰ ਵੀ ਥੋੜ੍ਹਾ ਬੜਾ ਜ਼ਰੂਰ ਇਹ 'ਤੇ ਦੇਖਣਾ ਪਏਗਾ। ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਦੱਸਣਾ ਪਊਗਾ ਕਿ ਤੁਸੀਂ ਉੱਥੇ ਕਿਸ ਢੰਗ ਨਾਲ ਆਪਾਂ ਏਅਰਪੋਰਟ 'ਤੇ ਜਾ ਕੇ ਵਿਚਰਨਾ ਅਤੇ ਕਿੱਦਾਂ ਉਹਨਾਂ ਨਾਲ ਪੇਸ਼ ਆਉਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਨ ਦੇ ਵਿੱਚ ਸੰਗਤ ਨੂੰ ਐਜੂਕੇਟ ਕਰਨ ਕਿ ਉਹਨਾਂ ਨੇ ਬਾਹਰ ਦੂਸਰੀ ਕਮਿਊਨਿਟੀਜ਼ ਦੇ ਵਿੱਚ ਜਾਂ ਏਅਰਪੋਰਟ 'ਤੇ ਜਾਂ ਕੰਮ 'ਤੇ ਕਿਸ ਤਰ੍ਹਾਂ ਵਿਚਰਨਾ ਹੈ। ਸੋ ਹੁਣ ਮੈਂ ਮਾਣ ਸਨਮਾਨ ਕਰਵਾਉਣ ਲਈ ਬੁਲਾਵਾ ਚਾਹਾਂਗਾ ਬਲਦੇਵ ਸਿੰਘ ਜੀ ਬਾਜਵਾ ਨੂੰ। ਉਹਨਾਂ ਨੇ ਵੀ ਜਾਣਾ, ਹਾਂਜੀ, ਸੁਰਿੰਦਰ ਸਿੰਘ ਪੰਡੋਰੀ, ਹਾਂਜੀ, ਉਹਨਾਂ ਨੂੰ ਮਾਣ ਸਨਮਾਨ ਦੇਣ ਲਈ ਵੀਰ ਜੀ ਕੇ ਅਤੇ ਵੀਰ ਜੀ ਹਰਦਿਆਲ ਸਿੰਘ ਪਲੀਜ਼ ਸਟੇਜ 'ਤੇ ਆ ਜਾਓ ਨਾਲ।
ਸਤਿ ਸ੍ਰੀ ਅਕਾਲ। ਉਹ ਦਿਓ ਦਰਬਾਰ ਸਾਹਿਬ ਦਾ ਇੱਕ ਸੀਗਾ ਇੱਕ ਮਿੰਟ ਜੀ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਸਾਨੂੰ ਇੱਥੇ ਫੜਾ ਦਿਓ ਸਤਿ ਸ੍ਰੀ ਅਕਾਲ। ਵੀਰ ਜੀ ਹਰਦਿਆਲ ਸਿੰਘ ਜੀ ਉਹ ਵੀ ਸਟੇਜ ਤੇ ਆ ਜਾਣ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ Je l'accepte au nom de la communauté copte, puisque je viens d'Alexandrie. On vous embrasse tous fraternellement et que Nanak vous protège. Merci bien, chers frères et sœurs. ਇਹਨਾਂ ਨੇ ਸਮੁੱਚੀ ਕੌਮ ਦਾ ਧੰਨਵਾਦ ਕੀਤਾ ਕਿ ਆਪਾਂ ਇਹਨਾਂ ਨੂੰ ਸਨਮਾਨਿਤ ਕੀਤਾ ਨੇ। ਇਹ ਇੱਕ ਬਹੁਤ ਤਕੜੇ ਫਰਾਂਸ ਦੇ ਕਾਨੂੰਨ ਦੇ ਘਾੜੇ ਨੇ ਜੋ ਮੇਰੇ ਮਿੱਤਰ ਨੇ, ਹਮੇਸ਼ਾ ਸਾਡੀ ਪ੍ਰੋਟੈਕਸ਼ਨ ਕਰਦੇ ਨੇ। ਇਹਨਾਂ ਦਾ ਅਸੀਂ ਧੰਨਵਾਦ ਕੀਤਾ ਅਤੇ ਇਹ ਆਪਣੇ ਇਹਨੇ ਆਪਣੀ ਕਮਿਊਨਿਟੀ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਫੇਰੀ ਕਰਕੇ ਜਾਣਾ ਸਾਡੀ ਫਲਾਈਟ ਆਉਣ। ਹਾਂਜੀ, ਹੁਣ ਜਤਿੰਦਰ ਸਿੰਘ ਵੀਰ ਜੀ ਪਲੀਜ਼ ਸਟੇਜ ਤੇ ਆ ਜਾਣ। ਉਹਨਾਂ ਦਾ ਮਾਨ ਸਨਮਾਨ ਕਰਨਾ ਚਾਹੁੰਦੇ ਨੇ ਜੀ। ਆਓ ਜੀ ਸਾਡੇ ਜਤਿੰਦਰ ਸਿੰਘ ਆਓ ਜੀ ਆ ਜਾਓ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਉਹ ਕਿਤਾਬ ਆਪਣੀ ਨਾ ਇਸ ਦੇ ਨਾਲ ਹੀ ਸੰਦੀਪ ਕੌਰ ਵੀ ਸਟੇਜ ਤੇ ਆ ਜਾਣ। ਸਤਿ ਸ੍ਰੀ ਅਕਾਲ। ਤੇ ਹੁਣ ਮੈਂ ਬਾਬਾ ਰਣਜੀਤ ਸਿੰਘ one of you. ਬਾਬਾ ਰਣਜੀਤ ਸਿੰਘ ਜੀ ਸੋਨੇਹਾ। ਸਤਿ ਸ੍ਰੀ ਅਕਾਲ। ਰਣਜੀਤ ਸਿੰਘ ਜੀ ਦਾ ਨਾਲ ਇਸ ਤੋਂ ਬਾਅਦ ਬਲਦੇਵ ਸਿੰਘ ਬਾਜਵਾ ਜਰਮਨੀ ਤੋਂ ਸਟੇਜ ਦੇ ਨੇੜੇ ਆ ਜਾਓ। ਸਤਿ ਸ੍ਰੀ ਅਕਾਲ। ਪਿੱਛੇ ਜਿਹੜੇ ਭਾਜੀ ਆਏ ਹਾਂ ਅੱਗੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਥੈਂਕ ਯੂ। ਇੱਕ ਮਿੰਟ ਉੱਧਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ ਭਾਜੀ। ਥੈਂਕ ਯੂ। ਜੀ ਕਾ ਖਾਲਸਾ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਕੱਲ੍ਹ ਦਾਸ ਨੇ ਪਹੁੰਚਣਾ ਸੀ, ਕੁਝ ਕਾਰਨਾਂ ਕਰਕੇ ਲੇਟ ਹੋ ਗਿਆ, ਨਹੀਂ ਪਹੁੰਚ ਸਕਿਆ। ਅੱਜ ਸਵੇਰੇ ਹੀ ਇੱਥੇ ਪਹੁੰਚੇ ਹਾਂ। ਸੋ ਬਹੁਤਾ ਟਾਈਮ ਨਹੀਂ ਲੈਣਾ, ਇੱਕ ਦੋ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨੇ ਹਨ। ਜਿਸ ਤਰ੍ਹਾਂ ਸਾਡੋ ਜੋ ਪੱਗ ਦਾ ਮਸਲਾ ਹੈ ਜਾਂ ਇੰਡੀਆ ਦੇ ਵਿੱਚ ਸਾਨੂੰ ਸਿੱਖਣ ਨੂੰ ਜੋ ਪ੍ਰੋਬਲਮ ਆਉਂਦੀਆਂ ਹਨ, ਇਹਦੇ ਬਾਰੇ ਜੋ ਮੈਂ ਆਪਣੀ ਰਾਏ ਦੇਵਾਂਗਾ ਜਾਂ ਸਾਰਿਆਂ ਨੇ ਉਹਦੇ ਬਾਰੇ ਵਿਚਾਰ ਕਰਨੀ ਹੈ ਆਪਣੇ ਵੀ ਠੀਕ ਹੈ ਜਾਂ ਗਲਤ ਹੈ। ਕਿਉਂਕਿ ਸਾਨੂੰ ਪ੍ਰੋਬਲਮ ਅੱਜ ਹੀ ਨਹੀਂ ਸ਼ੁਰੂ ਹੋਈ, ਇਹ ਪ੍ਰੋਬਲਮ ਤਾਂ ਗੁਰੂਆਂ ਦੇ ਟਾਈਮ ਤੋਂ ਹੀ ਸ਼ੁਰੂ ਹੋਈ ਹੈ ਸਿੱਖਾਂ ਦੇ ਨਾਲ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਖੋ ਕਿੰਨੀਆਂ ਤਸੀਹੇ ਦਿੱਤੇ ਗਏ, ਕਿੰਨਾ ਉਹਨਾਂ ਨੂੰ ਜ਼ੁਲਮ ਕੀਤਾ ਗਿਆ ਉਹਨਾਂ ਦੇ ਨਾਲ। ਉਹਨਾਂ ਨੂੰ ਕੀ ਕਾਹਦੇ ਵਾਸਤੇ ਕਿ ਸਿੱਖੀ ਤੋਂ ਤੋੜਿਆ ਜਾਵੇ। ਉਹੀ ਹਾਲਾਤ ਅੱਜ ਹਨ। ਅੱਜ ਵੀ ਸਾਨੂੰ ਸਿੱਖੀ ਦੇ ਨਾਲ ਤੋੜਨ ਦੇ ਬਹੁਤ ਜ਼ਿਆਦਾ ਯਤਨ ਕੀਤੇ ਜਾ ਰਹੇ ਹਨ। ਸੋ ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ ਤਾਂ ਸਾਡੇ ਆਪਣੇ ਇਰਾਦੇ ਦ੍ਰਿੜ ਹੋਣੇ ਚਾਹੀਦੇ ਹਨ ਕਿ ਮੈਂ ਇੱਕ ਸਿੱਖ ਹਾਂ, ਕਿਸੇ ਦੀ ਕੋਈ ਪਾਵਰ ਨਹੀਂ ਕਿ ਮੈਨੂੰ ਕੋਈ ਸਿੱਖੀ ਤੋਂ ਦੂਰ ਕਰ ਸਕੇ। ਕਿਉਂਕਿ ਸਾਡੇ ਕੋਲ ਲੱਖਾਂ ਹੀ ਉਦਾਹਰਨਾਂ ਹਨ, ਇੱਕ ਉਦਾਹਰਨ ਨਹੀਂ ਹੈ ਸਿੱਖਾਂ ਦੇ ਵਿੱਚ ਕਿ ਕਿੰਨਾ ਹੀ ਸਾਹਿਬਜ਼ਾਦੇ, ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਕਿ ਉਹਨਾਂ ਨੇ ਆਪਣੀ ਈਦ ਨਹੀਂ ਮੰਨੀ, ਉਹਨਾਂ ਨੇ ਆਪਣੀ ਹਾਰ ਨਹੀਂ ਮੰਨੀ,
ਆਪਣਾ ਬਲੀਦਾਨ ਦੇ ਦਿੱਤਾ ਹੈ ਕਿ ਅਸੀਂ ਉਹਨਾਂ ਨਾਲੋਂ ਵੀ ਜ਼ਿਆਦਾ ਛੋਟੇ ਤਾਂ ਨਹੀਂ ਹਾਂ। ਅਸੀਂ ਸਾਡੇ ਆਪਣੇ ਇਰਾਦੇ ਦ੍ਰਿੜ ਹੋਣੇ ਚਾਹੀਦੇ ਹਨ। ਕਈ ਵਾਰੀ ਗੱਲ ਸਾਡੇ ਕੋਲ ਉੱਠਦੀ ਹੈ ਕਿ ਸਾਡੇ ਕੋਲ ਕੋਈ ਲੀਡਰ ਨਹੀਂ ਹੈ। ਤੁਸੀਂ ਸਾਰੇ ਖੁਦ ਹੀ ਲੀਡਰ ਹੋ, ਤੁਸੀਂ ਆਪਣੀ ਹਿਫਾਜ਼ਤ ਆਪ ਕਰ ਸਕਦੇ ਆ। ਜਿੱਥੇ ਵੀ ਕਿਤੇ ਪ੍ਰੋਬਲਮ ਪੈਂਦੀ ਆ, ਹੁਣ ਇਟਲੀ ਦੇ ਵਿੱਚ ਪਤਾ ਨਹੀਂ ਹਜ਼ਾਰਾਂ ਹੀ ਦਸਤਾਰਾਂ ਉਤਰੀਆਂ ਹੋਣਗੀਆਂ। ਜੇਕਰ ਉੱਥੇ ਮਨਜੀਤ ਸਿੰਘ ਜੀਕੇ ਜਿਹਦੀ ਇੱਕ ਉਦਾਹਰਨ ਬਣ ਚੁੱਕੀ ਹੈ, ਜੇਕਰ ਇਹਨਾਂ ਨੇ ਦ੍ਰਿੜ ਇਰਾਦਾ ਕੀਤਾ ਤਾਂ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਇਹਨਾਂ ਦੀ ਪੱਗ ਉਤਾਰ ਲੈਂਦੇ। ਇਸੇ ਤਰ੍ਹਾਂ ਕਿਤੇ ਵੀ ਸਾਨੂੰ ਵੀ ਸਪੇਨ ਦੇ ਵਿੱਚ ਬੜੀਆਂ ਪ੍ਰੋਬਲਮਾਂ ਆਈਆਂ। ਪਹਿਲਾਂ 4 ਸਾਲ ਪਹਿਲਾਂ ਏਅਰਪੋਰਟ ਦੇ ਉੱਤੇ ਪੱਗਾਂ ਲਹਾਈਆਂ ਜਾਂਦੀਆਂ ਸੀ ਕੁਛ ਟਾਈਮ। ਉਹਦੇ ਬਾਅਦ ਸਾਡੇ ਕੋਲ ਗੱਲ ਨੋਟਿਸ ਵਿੱਚ ਆਈ ਤੇ ਅਸੀਂ ਸਾਰੇ ਗੁਰੂ ਘਰ ਦੇ ਪ੍ਰਬੰਧਕ ਕਮੇਟੀਆਂ ਇਕੱਠੀਆਂ ਕੀਤੀਆਂ, ਏਅਰਪੋਰਟ ਤੇ ਗਏ। ਉਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਵਾਸ ਦੀ ਗੱਲ ਕੁਛ ਨਹੀਂ ਹੈ, ਇਹ ਤੁਸੀਂ ਜਿਹੜੀ ਪੂਰੇ ਸਪੇਨ ਨੂੰ ਕਰਦੀ ਹੈ, ਆਰਗੇਨਾਈਜ਼ ਕਰਦੀ ਹੈ, ਜਿਹੜੀ ਇਹਨਾਂ ਦੀ ਸੰਸਥਾ ਹੈ ਸਿਕਿਉਰਿਟੀ ਦੀ, ਉਹਦੇ ਨਾਲ ਮੈਡਰਿਡ ਸਾਡੀ ਰਾਜਧਾਨੀ ਹੈ, ਉੱਥੇ ਜਾ ਕੇ ਗੱਲ ਕਰੋ। ਉਹਨਾਂ ਕੋਲੋਂ ਅਸੀਂ ਨੰਬਰ ਲੱਤੇ ਉਹਨਾਂ ਦੇ ਅਫਸਰਾਂ ਦੇ, ਉੱਥੇ ਉਹਨਾਂ ਨੇ ਗੱਲ ਕਿ ਟਾਈਮ ਰੱਖਿਆ। ਟਾਈਮ ਰੱਖ ਕੇ ਅਸੀਂ ਸਾਰੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਗਈਆਂ, ਜਾ ਕੇ ਉਹਨੂੰ ਸਮਝਾਇਆ ਕਿ ਅਸੀਂ ਸਿੱਖਾਂ, ਅਸੀਂ ਕਿਸੇ ਵੀ ਹਾਲਤ ਵਿੱਚ ਆਪਣੀ ਦਸਤਾਰ ਨਹੀਂ ਉਤਾਰ ਸਕਦੇ। ਉਹ ਸਾਨੂੰ ਉਸ ਟਾਈਮ ਸਾਨੂੰ ਉਹਨਾਂ ਨੇ ਦੱਸਿਆ ਕਿ ਤੁਸੀਂ ਹੈ ਕੌਣ, ਕਿੱਥੋਂ ਹੋ। ਉਹ ਸਾਨੂੰ ਮੁਸਲਮਾਨ ਸਮਝਦੇ ਸੀ। ਜਦੋਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਗਈ, ਅਸੀਂ ਸਿੱਖਾਂ, ਅਸੀਂ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ, ਜਾਣੂ ਕਰਵਾਇਆ ਗਿਆ। ਅਤੇ ਮੈਂ ਇਸ ਗੱਲ ਦੇ ਗਵਾਹੀ ਦਿੰਦਾ ਹਾਂ, ਮੇਰੇ ਨਾਲ ਬਹੁਤ ਜ਼ਿਆਦਾ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਸਨ। ਜਦੋਂ ਗੱਲ ਹੋਈ, ਉਹਨਾਂ ਨੇ ਉਸੇ ਟਾਈਮ ਤੋਂ ਹੀ ਈਮੇਲਾਂ ਕਰਕੇ ਸਾਰੇ ਏਅਰਪੋਰਟਾਂ 'ਤੇ ਅਨਾਉਂਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਕਿਸੇ ਸਿੱਖ ਦੀ ਦਸਤਾਰ ਨਹੀਂ ਉਤਰੇਗੀ। ਉਸ ਦਿਨ ਤੋਂ 4 ਸਾਲ ਹੋ ਗਏ ਅੱਜ ਸਪੇਨ ਦੇ ਵਿੱਚ ਕਿਸੇ ਏਅਰਪੋਰਟ 'ਤੇ ਕੋਈ ਦਸਤਾਰ ਨਹੀਂ ਉਤਰਦੀ। ਹੋ ਸਕਦਾ ਕਿਸੇ ਸਿਰ ਫੇਰੇ ਦਾ, ਕਿਸੇ ਅਫਸਰ ਦਾ ਨਾ ਪਤਾ ਹੋਵੇ, ਕੋਈ ਤੰਗ ਕਰਦਾ ਹੋਵੇ, ਪਰ ਉਹ ਸਾਡਾ ਉੱਥੇ ਫਰਜ਼ ਬਣਦਾ ਕਿ ਅਸੀਂ ਆਪਣੀ ਹਾਰ ਨਾ ਮੰਨ ਲਈਏ, ਉਹਦੇ ਨਾਲ ਗੱਲ ਕਰੀਏ, ਜਾਂ ਜਿਹੜੇ ਬੰਦੇ ਨੇ ਜੋ ਗੱਲ ਕਰਦੇ ਹਨ ਕਿ ਦਸਤਾਰ ਦਾ ਮਸਲਾ ਹੱਲ ਹੋ ਗਿਆ, ਸਾਨੂੰ ਫੋਨ ਕਰੇ ਤੇ ਅਸੀਂ ਉਹਦਾ ਉਸ ਟਾਈਮ ਹੱਲ ਕੱਢ ਸਕਦੇ ਹਾਂ। ਉਸ ਟਾਈਮ 'ਤੇ ਨਹੀਂ ਉਹ ਆਪਣੀ ਮਿਸ ਕਰ ਦੇਵੇ, ਉਹਦੀ ਜੋ ਖਰਚਾ ਹੈ, ਜੋ ਪ੍ਰੋਬਲਮ ਆਉਂਦੀ ਆ, ਉਹ ਸਾਰੇ ਟਿਕਟ ਵੀ ਦੇਵਾਂਗੇ, ਪਰ ਉਹ ਦਸਤਾਰ ਦੇ ਸਮੇਤ ਭੇਜਾਂਗੇ ਇੰਡੀਆ, ਦਸਤਾਰ ਲਾ ਕੇ ਨਹੀਂ। ਸੋ ਆਪਣੇ ਇਰਾਦੇ ਨੂੰ ਦ੍ਰਿੜ ਕਰੋ, ਕਦੇ ਹਾਰ ਨਾ ਮੰਨੋ। ਜੀਕੇ ਸਾਹਿਬ ਸਾਡੇ ਕੋਲ ਅੱਜ ਸਿੱਖ ਕੌਮ ਦੀ ਦੇਖੋ ਕਿੰਨਾ ਦ੍ਰਿੜ ਇਰਾਦਾ ਹੈ। ਕੁਛ ਹੀ ਟਾਈਮ ਹੋਇਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਿੱਲੀ ਦੀ ਸੇਵਾ ਮਿਲੀ ਹੈ ਇਹਨਾਂ ਨੂੰ, ਉਹਦੇ ਵਿੱਚ ਇਹਨਾਂ ਨੇ ਕਿੰਨੇ ਫੈਸਲੇ ਕੀਤੇ ਸਿੱਖਾਂ ਵਾਸਤੇ, ਇੱਕ ਮਿਸਾਲ ਹਨ। ਇਹਨਾਂ ਦੀ ਹੈਲਪ ਕਰੋ, ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਇਹਨਾਂ ਨੂੰ ਬੁਲਾਓ। ਹੁਣ ਕੁਛ ਟਾਈਮ ਦੇ ਵਿੱਚ ਹੀ 2 ਇਹਨਾਂ ਦੇ ਫਰਾਂਸ ਦੇ ਵਿੱਚ ਤੇ ਇਟਲੀ ਦੇ ਵਿੱਚ 2 ਚੱਕਰ ਲਾ ਚੁੱਕੇ ਆ। ਜੇਕਰ ਇਹਨਾਂ ਨੂੰ ਦਿਲੀ ਹਮਦਰਦੀ ਆ ਸਿੱਖਾਂ ਦੇ ਨਾਲ, ਇਸੇ ਕਰਕੇ ਹੀ ਸਾਡੇ ਦੁੱਖ ਸੁਣਨ ਦੇ ਵਾਸਤੇ ਇੱਥੇ ਆਏ ਆ। ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਸਾਡੇ ਕੋਲ ਕੋਈ ਲੀਡਰ ਨਹੀਂ ਹੈ? ਸਾਡੇ ਕੋਲ ਸਭ ਕੁਝ ਹੈ, ਪਰ ਸਾਡੇ ਇਰਾਦੇ ਸਹੀ ਹੋਣੇ ਚਾਹੀਦੇ ਆ, ਤਾਂ ਹੀ ਸਾਡੇ ਸਤਿਗੁਰਾਂ ਨੇ ਗੱਲ ਸੁਣਨੀ ਹੈ, ਤਾਂ ਹੀ ਸਾਡੇ ਲੀਡਰ ਨੇ ਸਾਡੀ ਗੱਲ ਸੁਣਨੀ ਹੈ। ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਥੈਂਕ ਯੂ। ਬੋਲੇ ਸੋ ਨਿਹਾਲ। ਥੈਂਕ ਯੂ ਜੀ। ਨੂੰ ਲਿਵ ਦਾ ਨਾਮ ਕਮਲਜੀਤ। ਆਓ ਜੀ, ਆਓ ਭਾਜੀ, ਆਓ। ਜੋ ਪਿਛੇ ਆਪਣੀ ਜਨਾਨੀ ਦੀ ਕਮਲਜੀਤ ਬੀਬੀ, ਉਹ ਸੁਖਵਿੰਦਰ ਸਿੰਘ ਜੀ। ਬੋਲੇ ਸੰਗਤ ਟੀਵੀ ਤੋਂ ਨਿਰਮਲ ਸਿੰਘ। ਸਤਿ ਸ੍ਰੀ ਅਕਾਲ। ਜੀ ਜਸਵੀਰ ਸਿੰਘ from Germany, sorry ਜੈਸੀ ਸਿੰਘ। ਮਾਫੀ ਚਾਹੁੰਦੇ ਜੀ ਜੇ ਨਾਮ ਪ੍ਰੋਨਾਉਂਸ ਕਰਨ ਦੇ ਵਿੱਚ। ਜਾਸੀ ਸਿੰਘ ਖਾਲਸਾ। ਜੱਸੀ ਸਿੰਘ ਖਾਲਸਾ, ਜੱਸੀ ਖਾਲਸਾ, ਸੌਰੀ ਜੱਸੀ ਖਾਲਸਾ ਵੀ ਸਟੇਜ ਤੇ ਆ ਜਾਣ। ਭਾਈ ਬਲਦੇਵ ਸਿੰਘ ਰਾਗੀ, ਉਹ ਵੀ ਮਾਨ ਸਨਮਾਨ। ਵੀਰ ਸ਼ਮਸ਼ੇਰ ਸਿੰਘ ਜੀ ਵੀ, ਉਹ ਵੀ ਆ ਜਾਣ। ਹੁਣ ਭੈਣ ਜੀ ਕਮਲਜੀਤ ਕੌਰ ਨੂੰ ਮਾਨ ਸਨਮਾਨ ਦੇ ਰਹੇ ਹਨ। ਵੀਰ ਜੀ ਮਨਜੀਤ ਸਿੰਘ ਜੀ ਕੇ ਤੇ ਵੀਰ ਜੀ ਪਰਮਿੰਦਰ ਸਿੰਘ ਸਿਰਸਾ, ਸ਼ਿੰਗਾਰਾ ਸਿੰਘ ਮਾਨ ਜੀ, ਸ਼ੇਰ ਸਿੰਘ ਜੋਗਿੰਦਰ ਸਿੰਘ ਵੀ ਸਟੇਜ ਤੇ ਨੇੜੇ ਪਾਉਂਦਾ। ਮਾਨ ਸਨਮਾਨ ਕਰਕੇ ਉਹਨਾਂ ਦੇ ਹੌਸਲੇ ਨੂੰ ਹੋਰ ਵਧਾਇਆ ਜਾ ਸਕੇ। ਸੁਖਵਿੰਦਰ ਸਿੰਘ ਹੋਗਾ ਜੀ, ਉਹਨੂੰ ਦੇਣਾ ਸੁਖਵਿੰਦਰ ਸਿੰਘ। ਹਾਂਜੀ, ਸੁਖਵਿੰਦਰ ਸਿੰਘ ਗੱਤਕਾ ਟੀਮ ਦੇ। ਸ੍ਰੀ ਅਕਾਲ। ਵਾਕਈ ਵੀਰ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਕਿ ਤੁਸੀਂ ਸਿੱਖ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ। ਜਗਦੀਸ਼ ਸਿੰਘ ਪੂਰਾ।
ਜਾ ਰਿਹਾ ਔਰ ਕਈ ਦਿਨਾਂ ਤੋਂ ਦਸਵੇਂ ਅਕੈਡਮੀ ਦੇ ਵਿੱਚ ਇੱਕ ਵਿਲੱਖਣ ਤਰੀਕੇ ਦਾ ਸਿੱਖੀ ਕੈਂਪ ਜੋ ਆਰਗੇਨਾਈਜ਼ ਕੀਤਾ ਗਿਆ ਸੀ, ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਮਾਪਤੀ ਹੋਈ ਆ। ਦੇਸ਼ ਵਿਦੇਸ਼ ਦੇ ਵਿੱਚੋਂ ਸਾਰੀਆਂ ਸਿੱਖ ਸ਼ਖਸੀਅਤਾਂ ਨੇ ਤੇ ਸਿੱਖ ਪਨੀਰੀ ਨੇ, ਬੱਚਿਆਂ ਨੇ, ਸਾਡਿਆਂ ਨੇ ਉਹਦੇ ਵਿੱਚ ਭਾਗ ਲਿਆ ਤੇ ਉਸੇ ਨੂੰ ਹੀ ਮਤਲਬ ਅੱਗੇ ਸਾਡੀ ਵਿਲੱਖਣਤਾ ਨੂੰ ਹੋਰ ਚਾਰ ਚੰਨ ਲਾਉਣ ਲਈ ਜੋ ਅਸੀਂ ਇੱਥੇ ਅੱਜ ਸਿੱਖ ਫੈਡਰੇਸ਼ਨ UK ਵੱਲੋਂ ਔਰ ਯੂਨਾਈਟਿਡ ਸਿੱਖਸ ਵੱਲੋਂ, ਦਸਵੇਂ ਅਕੈਡਮੀ ਵੱਲੋਂ ਤੇ ਅਸੀਂ ਬੈਲਜੀਅਮ ਵੱਲੋਂ ਤੇ ਯੂਰਪ ਵੱਲੋਂ ਵੀ ਭਾਈ ਸਾਹਿਬ ਸਾਡੇ ਮਹਿੰਦਰ ਸਿੰਘ ਹੋਣੀ ਵੀ ਬੈਠੇ ਨੇ ਤੇ ਅਸੀਂ ਅੱਗੇ ਤੋਂ ਇਹਨਾਂ ਨੂੰ ਮਤਲਬ ਕਿ ਆਪਸ ਵਿੱਚ ਹੀ ਜੋ ਆਪਣੀ ਕਮਿਟਮੈਂਟ ਹੋਈ ਆ ਸਿੱਖ ਮੁੱਦਿਆਂ ਦੇ ਉੱਪਰ ਅਸੀਂ ਹਮੇਸ਼ਾ ਪਹਿਲਾਂ ਵੀ ਰਲ ਕੇ ਕੰਮ ਕਰਦੇ ਰਹੇ ਹਾਂ ਤੇ ਹੁਣ ਵੀ ਕੰਮ ਕਰਨ ਨੂੰ ਤਿਆਰ ਹਾਂ ਤੇ ਜਿੰਨੀ ਦੇਰ ਤੱਕ ਅਸੀਂ ਸਿੰਸੀਅਰ ਹੋ ਕੇ ਇਹਨਾਂ ਮੁੱਦਿਆਂ ਨੂੰ ਟੱਚ ਨਹੀਂ ਕਰਾਂਗੇ ਉਨੀ ਦੇਰ ਤੱਕ ਅਸੀਂ ਇਹਨਾਂ ਦੇ ਵਿੱਚੋਂ ਕਾਮਯਾਬ ਨਹੀਂ ਹੋ ਸਕਾਂਗੇ ਤੇ ਇਹ ਸਾਨੂੰ ਗਲ ਫਰਾਹੇ ਅੱਗੇ ਦੀ ਅੱਗੇ ਉਨੀ ਦੇਰ ਤੱਕ ਪੈਣਗੇ ਜਿੰਨੀ ਦੇਰ ਤੱਕ ਅਸੀਂ ਆਪ ਇੱਕ ਯੂਨਾਈਟ ਨਹੀਂ ਹੋ ਜਾਂਦੇ। ਜਿਵੇਂ ਹੁਣ ਯੂਨਾਈਟਿਡ ਸਿੱਖਸ ਬਣਾਇਆ ਉਹਦੇ ਵਿੱਚ ਕੀ ਚਾਹੇ ਉਹਦਾ ਕੋਈ ਵੀ ਇਹੀ ਨਾਂ ਰਹਿਣ ਦਿਓ ਜਾਂ ਕੁਛ ਹੋਰ ਰਹਿਣ ਦਿਓ ਜਾਂ ਜਿਵੇਂ ਅੱਗੇ ਕਰਿਆ ਵੀ ਆਪਾਂ ਸਾਲਾਨਾ ਕੋਈ ਨਾ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰੀਏ ਤੇ ਫਿਰ ਅਸੀਂ ਇਹ ਚੀਜ਼ ਨੂੰ ਜਿੱਤ ਦੇ ਵੱਲ ਲੈ ਕੇ ਜਾ ਸਕਦੇ ਹਾਂ। ਇਹਨਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਸਾਰੇ ਵੀਰਾਂ ਦਾ ਜੋ ਦਿੱਲੀ ਕਮੇਟੀ ਤੋਂ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਸ਼ਨਲ ਕੌਂਸਲ ਆਫ ਬੈਲਜੀਅਮ ਵੱਲੋਂ ਇਹਨਾਂ ਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਬੋਲੇ ਜਾਊਗਾ। ਸੋ ਨਿਹਾਲ ਦੇਵ ਜੀ ਪਾਤਸ਼ਾਹ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉਦੋਂ ਤੋਂ ਹੀ ਸਿੱਖਾਂ ਨੂੰ ਇਹ ਜਿਹੜੀ ਪਗੜੀ ਦੀ ਸੰਭਾਲ ਜ਼ਰੂਰੀ ਸੀ। 10ਵੇਂ ਪਾਤਸ਼ਾਹ ਤੱਕ ਜਦੋਂ ਖਾਲਸਾ ਹੋਂਦ ਵਿੱਚ ਆਇਆ ਭਾਰਤ ਦੀ ਧਰਤੀ ਤੇ, ਉਦੋਂ ਤੋਂ ਜਿੰਨੇ ਵੀ ਹਮਲੇ ਸਿੱਖਾਂ ਦੀ ਪੱਗ ਤੇ ਹੋਏ ਸਾਰਿਆਂ ਨੂੰ ਇਤਿਹਾਸ ਵਿੱਚ ਯਾਦ ਹਨ। ਕਦੇ ਇਸ ਪੱਗ ਦਾ ਮੁੱਲ 2 ਰੁਪਏ ਹੁੰਦਾ ਸੀ, ਲਾਹੌਰ ਦੇ ਦਰਬਾਰ ਵਿੱਚ ਜਾਂ ਦਿੱਲੀ ਦੇ ਦਰਬਾਰ ਵਿੱਚ 5 ਲੱਖ ਤੱਕ ਅੱਜ ਤੱਕ ਰਿਹਾ। ਸੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਇੰਟਰਨੈਸ਼ਨਲ ਪੱਧਰ ਤੇ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਸਾਡੇ ਇਸ ਸਿਧਾਂਤ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਨਹੀਂ ਸਮਝ ਸਕੀਆਂ, ਸਿੱਖ ਕੌਮ ਨੂੰ ਨਹੀਂ ਸਮਝ ਸਕੀਆਂ। ਬੇਸ਼ੱਕ ਸਿੱਖਾਂ ਨੇ ਯੂਰਪ ਵਾਸਤੇ ਬਹੁਤ ਸਾਰੇ ਸਿਰ ਦਿੱਤੇ, ਜੇ 70,000 ਦੀ ਜਾਂ ਜ਼ਿਆਦਾ ਵੀ ਗਿਣਤੀ ਹੈ ਬ੍ਰਿਟਿਸ਼ ਸਾਮਰਾਜ ਦੇ ਅਧੀਨ। ਫਰਾਂਸ ਦੀ ਧਰਤੀ ਤੋਂ ਕਈ ਸਾਲਾਂ ਤੋਂ ਸਾਡੇ ਵੀਰਾਂ ਨੇ ਬਹੁਤ ਸਾਰੀ ਜਦੋਜਹਿਦ ਕੀਤੀ ਹੈ ਪੱਗ ਵਾਸਤੇ, ਪਰ ਅਜੇ ਤੱਕ ਕੋਈ ਸਫਲਤਾ ਨਹੀਂ ਹੋਈ। ਬੇਸ਼ੱਕ ਯੂਨਾਈਟਿਡ ਕਿੰਗਡਮ ਨੇ ਵੀ, ਯੂਨਾਈਟਿਡ ਸਟੇਟਸ ਨੇ ਵੀ ਸਾਡੀ ਮਦਦ ਕੀਤੀ, UNO ਨੇ ਵੀ, ਪਰ ਫਰਾਂਸ ਗਵਰਨਮੈਂਟ ਸਾਨੂੰ ਅਜੇ ਤੱਕ ਮੰਨਣ ਨੂੰ ਇਸ ਗੱਲ ਨੂੰ ਤਿਆਰ ਨਹੀਂ। ਸੋ ਮੈਂ ਬੇਨਤੀ ਕਰਦਾ ਸਾਰੀ ਸਿੱਖ ਕੌਮ ਵਾਸਤੇ, ਸਾਰੇ ਸਿੱਖਾਂ ਨੂੰ ਕਿ ਆਪਣੀ ਪੱਗ ਨੂੰ ਬਚਾਉਣ ਲਈ ਸਾਨੂੰ ਸਖਤ ਤੋਂ ਸਖਤ ਮਿਹਨਤ ਕਰਨੀ ਪੈਣੀ ਹੈ। ਇਹ ਸਾਰਾ ਜਿਹੜਾ ਸਿਧਾਂਤ ਹੈ ਇਹ ਭਾਰਤ ਵਰਸ਼ ਤੋਂ ਹੀ ਤੁਰਿਆ। ਅਗਰ ਇੰਡੀਆ ਗਵਰਨਮੈਂਟ ਸਾਡੀ ਮਦਦ ਕਰੇ ਤਾਂ ਸਾਰਾ ਵਰਲਡ ਸਾਡੀ ਗੱਲ ਸੁਣ ਸਕਦਾ ਹੈ। ਅਗਰ ਅਸੀਂ ਬਾਹਰਲੇ ਮੁਲਕਾਂ 'ਚ ਆਪਣੀ ਆਵਾਜ਼ ਬੁਲੰਦ ਕਰਦੇ ਹਾਂ, ਅਗਰ ਸਾਡੀ ਗਵਰਨਮੈਂਟ ਸਾਡੀ ਮਦਦ ਨਹੀਂ ਕਰਦੀ ਤਾਂ ਸਾਡੀ ਕੋਈ ਬਾਹਰਲੀ ਗਵਰਨਮੈਂਟ ਸੁਣਨ ਨੂੰ ਤਿਆਰ ਨਹੀਂ, ਕਿਉਂਕਿ ਅਸੀਂ ਉਸ ਮੁਲਕ ਦੇ ਸ਼ਹਿਰੀ ਕਹਾਉਂਦੇ ਹਾਂ ਜਾਂ ਉਸ ਮੁਲਕ ਦੀ ਜੋ ਵੀ ਹੈ ਉੱਥੋਂ ਵਸਨੀਕ ਕਹਾਉਂਦੇ ਹਾਂ। ਮੈਂ ਬੇਨਤੀ ਕਰਦਾ ਕਿ ਸਾਰਿਆਂ ਨੂੰ ਸਤ ਸੰਗਤ ਮਿਲ ਰਹੀ ਹੈ, ਮਾਧੋ ਸਾਰਿਆਂ ਨੂੰ ਨਿਮਰਤਾ ਸਹਿਤ ਰਲ ਮਿਲ ਕੇ ਜਿੰਨੀਆਂ ਵੀ ਜਥੇਬੰਦੀਆਂ ਬਣਦੀਆਂ ਹਨ ਸਾਰੀਆਂ ਨੂੰ ਵੱਧ ਤੋਂ ਵੱਧ ਜਦੋਜਹਿਦ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਮਸਲਾ ਪੱਗ ਦਾ ਹੀ ਹੈ। ਪੱਗ ਤੋਂ ਹੀ ਸਿੱਖੀ ਸ਼ੁਰੂ ਹੁੰਦੀ ਹੈ। ਜਿਹੜੇ ਸਿਧਾਂਤਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ ਉਹਨਾਂ ਨੂੰ ਇਹ ਯਾਦ ਹੋਣਾ ਚਾਹੀਦਾ ਕਿ ਅਸੀਂ ਜਿੰਨਾ ਚਿਰ ਸਿਧਾਂਤਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹਾਂ ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਪੂਰਨ ਵਿਸ਼ਵਾਸ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਗੁਰਵਿੰਦਰ ਸਿੰਘ ਜੀ ਨੂੰ ਅੱਗੇ ਸੱਦਿਆ ਗਿਆ, ਮੇਰੇ ਖਿਆਲ 'ਚ ਆਏ ਨਹੀਂ ਗੇ। ਹੋ ਗਿਆ ਨਹੀਂ ਜੀ, ਗੁਰਵਿੰਦਰ ਸਿੰਘ ਯੂਕੇ ਵਾਲੇ, ਹਾਂ ਹੋ ਗਿਆ ਸੌਰੀ ਆ। ਅਸੀਂ ਅਖੀਰ ਆਪਾਂ ਬੈਠੇ ਰਹਿਣਾ ਤੇ ਸਾਰਿਆਂ ਨੇ ਪੂਰੇ ਇਤਿਹਾਸ ਦੇ ਨਾਲ ਸੁਣਨਾ ਤੇ ਆਪਣੇ ਵਿਚਾਰ ਦੇਣੇ। ਤੇ ਅੱਜ ਵੀ ਸਾਰੀ ਸੰਗਤ ਜਾਣ ਤੋਂ ਬਾਅਦ ਇਹ ਦਰਦੀ ਵੀਰਾਂ ਦਾ ਇੱਥੇ ਬੈਠੇ ਰਹਿਣਾ ਇਹ ਇਸ ਚੀਜ਼ ਦਾ ਪ੍ਰੂਫ ਆ ਕਿ ਅਸੀਂ ਸਾਰੇ ਦਿਲੋਂ ਚਾਹੁੰਦੇ ਹਾਂ ਕਿ ਕੌਮ ਲਈ, ਪੰਥ ਲਈ ਕੁਝ ਕੀਤਾ ਜਾਵੇ। ਤੇ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਆਪਣੀ ਪੂਰੀ ਸਹਿਮਤੀ ਦੇ ਦਿੱਤੀ ਆ। ਯੋਗਵੀਰ ਜੀ ਨੇ ਕਿਹਾ ਸੀਗਾ ਤੇ ਯੂਨਾਈਟਿਡ ਸਿੱਖ ਨੂੰ
ਤੇ ਜਿਹੜੀਆਂ ਜਥੇਬੰਦੀਆਂ ਰਹਿੰਦੀਆਂ ਮੇਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਯੂਨਾਈਟਿਡ ਸਿੱਖ ਤੇ GKG ਨੂੰ ਆਪਣਾ ਸਹਿਯੋਗ ਦੇਣਗੀਆਂ ਤੇ ਅਸੀਂ ਪੰਥ ਦੇ ਕੌਮ ਦੀ ਅਗਵਾਈ ਵਾਸਤੇ ਇੱਕ ਵਧੀਆ ਲੀਡਰ ਜਿਹੜਾ ਆ ਉਹ ਤਿਆਰ ਕਰਾਂਗੇ ਤੇ ਵਧੀਆ ਪ੍ਰੋਗਰਾਮ ਤਿਆਰ ਕਰਾਂਗੇ ਤਾਂ ਕਿ ਪੰਥ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਸਕਣ। ਸਾਰਿਆਂ ਦਾ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਸਮੁੱਚੀ ਟੀਮ ਕੋਲੋਂ ਸਮੁੱਚੇ ਸੇਵਾਦਾਰਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਸੇਵਾ ਦੇ ਵਿੱਚ ਕਮੀ ਰਹਿ ਗਈ ਹੋਵੇ ਤੇ ਆਪਣੇ ਬੱਚੇ ਸਮਝ ਕੇ ਸਾਨੂੰ ਜ਼ਰੂਰ ਮਾਫ ਕਰਿਓ ਤੇ ਅਰਦਾਸਾਂ ਕਰੋ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਵਾਸਤੇ ਸਾਨੂੰ ਸਮਰਥ ਬਖਸ਼ੇ। ਤੇ ਇਹ ਜਿਹੜੀ ਪ੍ਰੋਗਰਾਮ ਦੀ ਲਗਭਗ ਸਮਾਪਤੀ ਹੈ ਤੇ ਸਾਰਿਆਂ ਦਾ ਜੀ ਆਇਆਂ, ਸਾਰਿਆਂ ਦਾ ਧੰਨਵਾਦ। ਅਸੀਂ ਆਸ ਰੱਖਦੇ ਹਾਂ ਕਿ ਆਪਾਂ ਕੌਮੀ ਮਸਲੇ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਨਜਿੱਠੀਏ, ਤਦ ਹੀ ਸਾਡੀ ਕੌਮ ਦਾ ਭਲਾ ਹੈ, ਤਦ ਹੀ ਸਿੱਖੀ ਦਾ ਭਲਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Just wanted to say a great big thanks to all the Sangat who attended our 5th annual Global Civil and Human Rights Conference in France, Paris, and a great big thanks to all the Sangat who have been watching. This charity, this organisation runs with your support. United Sikhs is a global organisation. We'd love for you to get in touch with us, so do get in touch by contact@unitedsikhs.org or follow us through our social networks, Facebook, unitedsikhs.org, Twitter, and even watch our work on YouTube. And I'm going to hand over to Sukhminder Viji from Canada. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਇਸ ਸਾਡੀ ਜੋ 5ਵੀਂ ਗਲੋਬਲ ਸਿੱਖ ਸਿਵਲ ਰਾਈਟ ਕਾਨਫਰੰਸ ਸੀ ਉਸ ਦਾ ਅੰਤਿਮ ਪੜਾਅ ਦੇ ਵਿੱਚ ਆ। ਸੋ ਸਮੁੱਚੀ ਸੰਗਤ ਦਾ ਜਿਹੜੀ ਕਿ ਇੱਥੇ ਪਹੁੰਚੀ ਦੂਰੋਂ ਤਕਰੀਬਨ 15-16 ਦੇਸ਼ਾਂ ਦੇ ਰਿਪਰੈਜ਼ੈਂਟੇਟਿਵ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ, ਸਾਰਿਆਂ ਦਾ ਬਹੁਤ ਧੰਨਵਾਦ। ਅਤੇ ਜਿੰਨੀ ਵੀ ਸੰਗਤ TV ਦੇ ਜ਼ਰੀਏ ਸੰਗਤ TV ਦੇ ਜ਼ਰੀਏ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੈ ਉਸ ਦਾ ਧੰਨਵਾਦ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜੋ ਇਸ ਕਾਨਫਰੰਸ ਦੇ ਵਿੱਚੋਂ ਆਊਟਪੁੱਟ ਨਿਕਲੇਗੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਤੁਸੀਂ ਸਾਨੂੰ ਕੋਈ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਕਮੈਂਟ ਦੇਣਾ ਚਾਹੁੰਦੇ ਹੋ ਤਾਂ contact@unitedsikhs.org ਤੇ ਜਾ ਕੇ ਸਾਨੂੰ ਭੇਜ ਸਕਦੇ ਹੋ, ਜਾਂ YouTube ਚੈਨਲ United Sikhs TV ਦੇਖ ਸਕਦੇ ਹੋ, Facebook ਦੇ ਜ਼ਰੀਏ, Twitter ਦੇ ਜ਼ਰੀਏ ਸਾਨੂੰ ਆਪਣੇ ਸੁਝਾਅ ਜ਼ਰੂਰ ਭੇਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।